ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਿੱਖ ਨਜ਼ਰੀਆ ਚੈਨਲ ਨਾਲ ਜੁੜੇ ਸਮੂਹ ਦਰਸ਼ਕਾਂ ਦਾ ਅਸੀਂ ਸਵਾਗਤ ਕਰਦੇ ਹਾਂ। ਪਿਛਲੇ ਦਿਨੀ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਸਿੱਖ ਜਥੇਬੰਦੀਆਂ ਵੱਲੋਂ ਲਗਾਤਾਰ ਇੱਕ ਸੰਘਰਸ਼ ਵਿੱਢਿਆ ਹੋਇਆ, ਕਿਉਂਕਿ ਮੋਦੀ ਸਰਕਾਰ ਵੱਲੋਂ 550 ਸਾਲਾ ਪ੍ਰਕਾਸ਼ ਪੁਰਬ ਤੇ 9 ਬੰਦੀ ਸਿੰਘਾਂ ਨੂੰ ਰਿਹਾ ਕਰਨ ਬਾਰੇ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀ। ਉਹਨਾਂ ਵਿੱਚੋਂ ਇੱਕ ਨੋਟੀਫਿਕੇਸ਼ਨ ਦੇ ਵਿੱਚ ਭਾਈ ਦਵਿੰਦਰਪਾਲ ਸਿੰਘ ਭੁੱਲਰ ਬਾਰੇ ਵੀ ਸੀ, ਜਿਹੜੇ ਕਿ 27 ਸਾਲ ਦੇ ਲਗਭਗ ਜੇਲ੍ਹ ਕੱਟ ਚੁੱਕੇ ਨੇ ਤੇ ਉਹ ਕਾਫੀ ਜਿਹੜੀਆਂ ਸਿਹਤ ਨਾਲ ਸੰਬੰਧਿਤ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਨੇ। ਪਰ ਬੰਦੀ ਸਿੰਘ ਰਿਹਾਈ ਮੋਰਚਾ ਵੱਲੋਂ ਬੀਤੇ ਦਿਨੀ ਇੱਕ ਖੁਲਾਸਾ ਕੀਤਾ ਗਿਆ ਕਿ ਸਨ 2020 ਦੇ ਦਸੰਬਰ ਵਿੱਚ ਦਿੱਲੀ ਦੀ ਕੇਜਰੀਵਾਲ ਸਰਕਾਰ ਨੇ ਉਹ ਫਾਈਲ ਜਿਹੜੀ ਰਿਜੈਕਟ ਕਰ ਦਿੱਤੀ। ਆਓ ਇਸ ਸਾਰੇ ਮਸਲੇ ਬਾਰੇ ਗੱਲਬਾਤ ਕਰਨ ਲਈ ਸਾਡੇ ਨਾਲ ਵਕੀਲ ਭਾਈ ਜਸਪਾਲ ਸਿੰਘ ਮੰਝਪੁਰ ਜੁੜੇ ਨੇ, ਜਿਹੜੇ ਆਪ ਵੀ UAPA ਕੇਸ ਦੇ ਤਹਿਤ ਜੇਲ੍ਹ ਕੱਟ ਚੁੱਕੇ ਨੇ ਤੇ ਪ੍ਰੋਫੈਸਰ ਸਾਹਿਬ ਦਾ ਕੇਸ ਉਹ ਦੇਖ ਰਹੇ ਨੇ। ਭਾਜੀ ਚੈਨਲ ਤੇ ਤੁਹਾਡਾ ਸਵਾਗਤ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭਾਜੀ ਪਹਿਲਾਂ ਤਾਂ ਦਰਸ਼ਕਾਂ ਨੂੰ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੇ ਕੇਸ ਬਾਰੇ ਬਰੀਫ ਜਾਣਕਾਰੀ ਦਿਓ ਕਿ ਉਹ ਕੇਸ ਦੋਸ਼ ਦੇ ਅਧੀਨ ਦੇ ਕੈਦ ਨੇ, ਕਦੋਂ ਤੋਂ ਮੁਕੱਦਮਾ ਚੱਲ ਰਿਹਾ ਤੇ ਕਿਹੜੀ ਸਜ਼ਾ ਉਹਨਾਂ ਨੂੰ ਹੋਈ। ਦੇਖੋ, ਇੱਕ 1993 ਦੇ ਵਿੱਚ ਮਨਿੰਦਰਜੀਤ ਬਿੱਟੇ ਦੇ ਉੱਤੇ ਇੱਕ ਅਟੈਕ ਹੋਇਆ ਸੀਗਾ। ਉੱਥੇ ਕਾਰ ਦੇ ਵਿੱਚ ਬਲਾਸਟ ਲੱਗਾ ਸੀ। ਮਨਿੰਦਰਜੀਤ ਬਿੱਟਾ ਉਹ 'ਚ ਕੁਛ ਜ਼ਖਮੀ ਹੋਇਆ ਸੀ, ਹੋਰ ਕੁਛ ਬੰਦੇ ਮਰੇ ਸੀ ਉਹਦੇ 'ਚ। 1993 ਦੇ ਵਿੱਚ ਦਾ ਹੈਗਾ। ਉਸ ਤੋਂ ਬਾਅਦ ਭੁੱਲਰ ਸਾਹਿਬ ਦੀ ਅਰੈਸਟ ਇਸ ਕੇਸ ਦੇ ਵਿੱਚ ਭੁੱਲਰ ਸਾਹਿਬ ਨੂੰ ਜਰਮਨੀ ਤੋਂ ਡਿਪੋਰਟ ਕੀਤਾ ਗਿਆ। ਉੱਥੇ ਗਏ ਸੀ, ਜਾਣਾ ਸੀ ਉਹਨਾਂ ਨੇ, ਤੇ ਉਹ ਜਰਮਨੀ ਦੇ ਵਿੱਚ ਉਹਨਾਂ ਨੂੰ ਅਰੈਸਟ ਕੀਤਾ ਗਿਆ ਤੇ ਉਹਨਾਂ ਨੂੰ ਡਿਪੋਰਟ ਕਰਤਾ ਗਿਆ। ਤੇ ਦਸੰਬਰ 1994 ਦੀ ਇਹ ਗੱਲ ਹੈਗੀ ਹੈ। ਸੋ 19 ਜਨਵਰੀ 1995 ਨੂੰ ਭੁੱਲਰ ਸਾਹਿਬ ਨੂੰ 1993 ਵਾਲੇ ਉਸ ਬਿੱਟੇ ਦੇ ਹਮਲੇ ਦੇ ਮਾਮਲੇ ਵਾਲੇ 'ਚ ਉਹਨਾਂ ਨੂੰ ਅਰੈਸਟ ਕੀਤਾ ਗਿਆ। 2001 ਦੇ ਵਿੱਚ ਫਿਰ ਡੈਜੀਗਨੇਟਡ ਟਾਡਾ ਕੋਰਟ ਨੇ ਉਹਨਾਂ ਨੂੰ ਜਿਹੜੀ ਆ ਬੇਸ ਔਨ ਦੀ ਕਨਫੈਸ਼ਨਲ ਸਟੇਟਮੈਂਟ ਉਹਨਾਂ ਦੀ ਜਿਹੜੀ ਪੁਲਿਸ ਕੋ ਕੀਤੇ ਹੋਇਆ 15 ਟਾਡਾ ਐਕਟ ਦੇ ਥੱਲੇ ਜਿਹੜੀ ਕੀਤਾ ਹੋਇਆ ਕਨਫੈਸ਼ਨ ਮੰਨਣਯੋਗ ਕਹਿ ਕੇ ਤੇ ਉਹਨਾਂ ਨੂੰ ਜਿਹੜੀ ਫਾਂਸੀ ਦੀ ਸਜ਼ਾ ਦਿੱਤੀ। ਬਾਅਦ ਦੇ ਵਿੱਚ ਸੁਪਰੀਮ ਕੋਰਟ ਨੇ ਵੀ ਸਪਲਿਟ ਜੱਜਮੈਂਟ ਦੇ ਨਾਲ ਭੁੱਲਰ ਸਾਹਿਬ ਦੀ ਫਾਂਸੀ ਜਿਹੜੀ ਆ ਉਹ ਕਨਫਰਮ ਕੀਤੀ, ਜਿਹਦੇ ਵਿੱਚ ਜਸਟਿਸ MB ਸ਼ਾਹ ਜੋ ਕਿ ਉਸ ਜੱਜ ਦੇ ਹੈੱਡ ਸੀ, ਚੀਫ ਜੱਜ ਸੀ ਉਸ ਬੈਂਚ ਦੇ ਤਿੰਨਾਂ ਦੇ, ਉਹਨਾਂ ਨੇ ਉਹਨਾਂ ਨੂੰ ਬਾਇਜ਼ਤ ਬਰੀ ਕੀਤਾ। ਜਸਟਿਸ MB ਸ਼ਾਹ ਨੇ ਵੀ ਨਹੀਂ, ਜਿਹੜੀ ਗਰਾਊਂਡਸ ਦੇ ਉੱਤੇ ਟ੍ਰਾਇਲ ਕੋਰਟ ਨੇ ਫਾਂਸੀ ਦਿੱਤੀ ਆ ਉਹ ਫਾਂਸੀ ਕੀ ਕੋਈ ਸਜ਼ਾ ਨਹੀਂ ਬਣਦੀ, ਉਹ ਬਰੀ ਬਣਦਾ। ਪਰ ਕਿਉਂਕਿ 3 ਜੱਜਾਂ ਦਾ ਬੈਂਚ ਸੀ, 2 ਜੱਜ ਅਰੀਜੀਤ ਪਸਚਿਆਤ ਤੇ BN ਅਗਰਵਾਲ ਸੀ, ਉਹਨਾਂ ਨੇ ਫਿਰ ਭੁੱਲਰ ਸਾਹਿਬ ਨੂੰ ਜਿਹੜੀ ਫਾਂਸੀ ਉਹਨਾਂ ਦੀ ਕਨਫਰਮ ਕੀਤੀ। ਸੋ MB ਸ਼ਾਹ ਦੇ ਮੁੱਖ ਜੱਜ ਹੋਣ ਦੇ ਬਾਵਜੂਦ ਵੀ ਉਹਨੂੰ ਰੇਅਰੈਸਟ ਆਫ ਦੀ ਰੇਅਰ ਕੇਸ ਵੀ ਨਹੀਂ ਮੰਨਿਆ ਦੂਜੇ ਕੇਸਾਂ ਨੇ, ਕਿਉਂਕਿ ਜਿਹਦੇ 'ਚ ਸਪਲਿਟ ਵਿਊ ਆ ਗਿਆ। ਸੋ ਰੇਅਰ ਆਫ ਰੇਅਰ ਕੇਸ ਨਹੀਂ ਸੀ ਬਣਦਾ। ਉਹਨਾਂ ਨੂੰ ਭਾਵੇਂ ਉਮਰ ਕੈਦ ਕਰਦੇ, ਪਰ ਉਹਨਾਂ ਨੇ ਆਪਣੀ ਉਹ ਸੋਚ ਦੇ ਤਹਿਤ ਜਿਹੜੀ ਉਹਨਾਂ ਨੇ ਜੱਜਮੈਂਟ ਦੇ ਵਿੱਚ ਵੀ ਪ੍ਰਗਟਾਈ ਵੀ ਜਿਹੜੀ ਮੈਜੋਰਟੀ ਦੀ ਜਿਹੜੀ ਕੌਨਸ਼ੀਅਸ ਆ ਉਹ ਇਹ ਅਲਾਓ ਕਰਦੀ ਆ ਇਹ ਫਾਂਸੀ ਦੀ ਸਜ਼ਾ ਵੀ ਫਾਂਸੀ ਦੇਣੀ ਚਾਹੀਦੀ ਆ। ਸੋ ਬਹੁਤ ਸਾਰੀਆਂ ਜੱਜਮੈਂਟਸ ਦੇ ਵਿੱਚ ਇਹ ਸਪੈਸੀਫਿਕ ਜਿਹੜੀ ਟਰਮ ਵਰਤੀ ਗਈ ਆ, ਜਿਹੜੀ ਕਾਮਨ ਕੌਨਸ਼ੀਅਸ ਜਿਹੜੀ ਆ ਪੀਪਲਸ ਦੀ। ਸੋ ਉਹਦੇ ਆਧਾਰ ਦੇ ਉੱਤੇ ਉਹ ਫਾਂਸੀ ਸਜ਼ਾ ਹੋਈ। ਮੁੱਖ ਜੱਜ ਨੇ ਬਰੀ ਵੀ ਕੀਤਾ, ਪਰ ਬਾਅਦ ਦੇ ਵਿੱਚ ਫਿਰ ਰਾਸ਼ਟਰਪਤੀ ਦੇ ਕੋਲ ਵੀ 2004 ਦੇ ਵਿੱਚ ਫਿਰ ਉਹ ਮੁਜ਼ਾਹਰੇ ਵੀ ਹੋਏ ਵਰਲਡ ਲੈਵਲ ਦੇ ਉੱਤੇ। ਭੁੱਲਰ ਸਾਹਿਬ ਦੀ ਰਾਸ਼ਟਰਪਤੀ ਕੋਲ ਜਿਹੜੀ ਅਪੀਲ ਪਾਈ ਗਈ ਤਾਂ ਉਹ ਰਾਸ਼ਟਰਪਤੀ ਨੇ ਵੀ ਖਾਰਜ ਕੀਤੀ। ਬਾਅਦ ਦੇ ਵਿੱਚ ਫਿਰ ਕਈ ਪਟੀਸ਼ਨਾਂ ਜਿਹੜੀਆਂ ਸੁਪਰੀਮ ਕੋਰਟ ਦੇ ਵਿੱਚ, ਫਿਰ ਉਹਨਾਂ ਦੀ ਹੈਲਥ ਪ੍ਰੋਬਲਮ ਆਈ 2010 ਦੇ ਵਿੱਚ। ਦਸੰਬਰ 2010 'ਚ ਉਹਨਾਂ ਨੂੰ ਇਬਹਾਸ ਜਿਹੜਾ ਇੰਸਟੀਚਿਊਟ ਆਫ ਹਿਊਮਨ ਐਂਡ ਅਲਾਈਡ ਬਿਹੇਵੀਅਰ ਸਾਇੰਸ ਦੇ ਜਿਹੜਾ ਇੰਸਟੀਚਿਊਟ ਹੈਗਾ ਉੱਥੇ ਉਹਨਾਂ ਨੂੰ ਦਾਖਲ ਕਰਨਾ ਪਿਆ ਦਸੰਬਰ 2010 ਦੇ ਵਿੱਚ। ਤਾਂ ਉਸ ਤੋਂ ਬਾਅਦ ਉਹਨਾਂ ਦੀ 2014 ਦੇ ਵਿੱਚ ਉਹਨਾਂ ਦੀ ਧਰਮ ਪਤਨੀ ਬੀਬੀ ਭੈਣ ਜੀ ਨਵਨੀਤ ਕੌਰ ਵੱਲੋਂ ਰਿਟ ਪਾਈ ਗਈ ਸੁਪਰੀਮ ਕੋਰਟ ਤੇ। ਉਹਨਾਂ ਦੀ ਫਿਰ 2 ਬੇਸਿਸ ਦੇ ਉੱਤੇ ਉਹਨਾਂ ਦੀ ਫਾਂਸੀ ਸਜ਼ਾ ਤੋੜ ਕੇ ਉਮਰ ਕੈਦ ਤਬਦੀਲ ਕੀਤੀ ਗਈ। ਇੱਕ ਤਾਂ ਵੀ ਇੱਕ ਲੰਮਾ ਸਮਾਂ ਉਹਨਾਂ ਦੀ ਫਾਂਸੀ ਦਾ ਜਿਹੜਾ ਡਿਸੀਜਨ ਲੈਣ ਦੇ ਉੱਤੇ ਲਾਇਆ ਗਿਆ, ਕਰੀਬ 8 ਸਾਲ ਦਾ, ਤੇ ਉਹਨਾਂ ਦੀ ਮੈਡੀਕਲ ਬੋਰਡ ਦੀ ਜਿਹੜੀ ਉੱਥੋਂ ਦੇ ਇੰਸਟੀਚਿਊਟ ਦੀ ਰਿਪੋਰਟ ਸੀ ਉਹਦੇ ਹਿਸਾਬ ਦੇ ਨਾਲ ਉਹਨਾਂ ਨੇ ਕਿਹਾ ਵੀ ਨਹੀਂ, ਇਹਨੂੰ ਨਹੀਂ ਫਾਂਸੀ ਲਾਇਆ ਜਾਏ। ਜਿਹੜੀ ਇੱਕ ਮੈਂਟਲ ਡਿਸਆਰਡਰ ਸੀਜ਼ੋਫਰੇਨੀਆ ਉਹਨਾਂ ਨੇ ਕਿਹਾ ਵੀ ਟਰੇਸ ਆਊਟ ਹੋਇਆ ਤੇ ਇਸ ਕਰਕੇ ਇਹਨਾਂ ਨੂੰ ਫਾਂਸੀ ਦਿੱਤੀ ਜਾ ਸਕਦੀ। ਮੇਨ ਬੇਸਿਕ ਕਾਰਨ ਇੱਕ ਜੱਜਮੈਂਟ ਹੈਗੀ ਆ ਪਹਿਲਾਂ ਦੀ, ਉਹਦੇ ਬੇਸ ਕਰਕੇ ਵੀ ਇਹ 2 ਸਜ਼ਾਵਾਂ ਨਹੀਂ ਤੁਸੀਂ ਦੇ ਸਕਦੇ ਵੀ ਤੁਸੀਂ ਫਾਂਸੀ ਸਜ਼ਾ ਡਿਕਲੇਅਰ ਕੀਤੀ ਤੇ ਬੰਦੇ ਨੂੰ ਤੁਸੀਂ 20 ਸਾਲ ਦੇ ਕਰੀਬ, ਉਦੋਂ 20 ਸਾਲ ਹੋ ਗਏ ਸੀ ਵੀ ਤੁਸੀਂ ਸਜ਼ਾ ਵੀ ਕਟਾ ਲਈ ਬੰਦੇ ਨੂੰ, ਤੇ ਹੁਣ ਤੁਸੀਂ ਉਹਨੂੰ ਹੁਣ ਕਹੋ ਵੀ ਹੁਣ ਫਾਂਸੀ ਵੀ ਲਾਈਏ। ਇਹ ਦੋਹਰੀਆਂ ਸਜ਼ਾਵਾਂ ਨਹੀਂ ਹੋ ਸਕਦੀਆਂ। ਉਹ ਫਿਰ ਫਾਂਸੀ ਟੁੱਟ ਗਈ। ਫਿਰ ਭੁੱਲਰ ਸਾਹਿਬ ਨੂੰ 2015 ਦੇ ਵਿੱਚ
ਟ੍ਰਾਂਸਫਰ ਕੀਤਾ ਗਿਆ ਪੰਜਾਬ ਦੇ ਵਿੱਚ ਤੇ ਉਹਨਾਂ ਨੂੰ ਫਿਰ ਪਰੋਲ ਆਉਣੀ ਸ਼ੁਰੂ ਹੋਈ। ਟ੍ਰਾਂਸਫਰ ਵੀ ਉਹਨਾਂ ਦੀ ਇਬਹਾਸ ਇੰਸਟੀਚਿਊਟ ਤੋਂ ਸਿੱਧੀ ਕਿਉਂਕਿ ਹਸਪੀਟਲ ਦੇ ਵਿੱਚ ਹੀ ਰੱਖਿਆ ਜਾਣਾ ਸੀ, ਸੋ ਪੀਜੀਆਈ ਚੰਡੀਗੜ੍ਹ ਦੇ ਵਿੱਚ ਪੈਂਦਾ ਸੀ ਤੇ ਪੰਜਾਬ ਦਾ ਜਿਹੜਾ ਇਬਹਾਸ ਦੇ ਲੈਵਲ ਦਾ ਜਾਂ ਉਸ ਲੈਵਲ ਦੀ ਟ੍ਰੀਟਮੈਂਟ ਜਿਹੜੀ ਸੀ ਉਹ ਅੰਮ੍ਰਿਤਸਰ ਗੁਰੂ ਨਾਨਕ ਹਸਪਤਾਲ ਦੀ ਸੀ। ਫਿਰ ਉਹਨਾਂ ਦਾ ਉੱਥੇ ਸਹੁਰੇ ਪਰਿਵਾਰ ਦਾ ਘਰ ਹੈਗਾ ਅੰਮ੍ਰਿਤਸਰ ਰਣਜੀਤ ਐਵਨਿਊ, ਸੋ ਐਡਰੈਸ ਦੇ ਕੇ ਉਹਨਾਂ ਦੀ ਵਾਈਫ ਵੱਲੋਂ ਜਿਹੜੀ ਉਹ ਟ੍ਰਾਂਸਫਰ ਮੰਗੀ ਗਈ ਤੇ ਉਹ ਉਹਨਾਂ ਨੂੰ ਅੰਮ੍ਰਿਤਸਰ ਸੈਂਟਰਲ ਜੇਲ੍ਹ ਅੰਮ੍ਰਿਤਸਰ ਦੇ ਥਰੂ ਗੁਰੂ ਨਾਨਕ ਹਸਪਤਾਲ ਦੇ ਵਿੱਚ ਜਿਹੜਾ ਉਹਨਾਂ ਨੂੰ ਸ਼ਿਫਟ ਕੀਤਾ ਗਿਆ। ਤੇ ਹੁਣ ਉਹ 2015 ਤੋਂ ਲਗਾਤਾਰ 13 ਦੇ ਕਰੀਬ ਜਿਹੜੀਆਂ ਪਰੋਲਸ ਉਹਨਾਂ ਨੂੰ ਮਿਲ ਚੁੱਕੀਆਂ ਹੈਗੀਆਂ। ਸਪੈਸ਼ਲ ਕਰੋਨਾ ਪਰੋਲ ਵੀ ਉਹਨਾਂ ਨੂੰ 1.5 ਸਾਲ ਉਹ ਘਰੇ ਹੀ ਸੀਗੇ ਤੇ ਹੁਣ ਲਾਸਟ ਉਹ 15 ਦਿਨ ਦੀ ਜਿਹੜੀ ਪਰੋਲ ਸੀਗੀ ਉਹ ਕੱਟ ਕੇ ਤੇ 24 ਦਸੰਬਰ 2021 ਨੂੰ ਵਾਪਸ ਜੇਲ੍ਹ ਦੇ ਰਾਹੀਂ ਉਹ ਗੁਰੂ ਨਾਨਕ ਹਸਪਤਾਲ ਦੇ ਵਿੱਚ ਉੱਥੇ ਦਾਖਲ ਆ ਤੇ ਉੱਥੇ ਹੀ ਨੋਟੀਫਾਈਡ ਜਿਹੜਾ ਵਾਰਡ ਆ ਸਵਾਮੀ ਵਿਵੇਕਾਨੰਦ ਡੀ ਐਡਿਕਸ਼ਨ ਸੈਂਟਰ ਦਾ ਇੱਕ ਵਾਰਡ ਉਹਨਾਂ ਨੇ ਜੇਲ੍ਹ ਨੋਟੀਫਾਈ ਕੀਤਾ ਹੋਇਆ, ਉੱਥੇ ਹੀ ਉਹਨਾਂ ਨੂੰ ਜਿਹੜਾ ਰੱਖਿਆ ਗਿਆ। ਉੱਥੇ ਸਿਕਿਉਰਿਟੀ ਜਿਹੜੇ ਆ ਮਈਅਰ ਜੋ ਜੇਲ੍ਹ ਦੇ ਵਿੱਚ ਦੇ ਹੁੰਦੇ ਆ ਉਹ ਉਹਨਾਂ ਦੇ ਉੱਤੇ ਲਾਏ ਗਏ ਆ। ਹਾਂਜੀ, ਜਿਵੇਂ ਤੁਸੀਂ ਇੱਕ ਸਪੈਸੀਫਿਕ ਟਰਮ ਦੱਸੀ ਜਿਹੜੀ ਜੱਜਮੈਂਟ ਦੇ ਵਿੱਚ ਵਰਤੀ ਗਈ, ਟੂ ਸੈਟੀਸਫਾਈ ਕਮਿਊਨਿਟੀ ਕੌਨਸ਼ੀਅਸ, ਮਤਲਬ ਇਹ ਤਾਂ ਦੂਸਰਾ ਅਫਜ਼ਲ ਗੁਰੂ ਦੇ ਕੇਸ ਦੇ ਵਿੱਚ ਵੀ ਮੈਨੂੰ ਲੱਗਦਾ ਕਿ ਇਹੀ ਟਰਮ ਵਰਤੀ ਗਈ ਸੀ। ਤਾਂ ਜਿਹੜੀ ਮੈਜੋਰਿਟੀ ਦੇ ਵਿੱਚ ਵੀ ਤੇ ਉਹ ਦੂਜੇ ਜਿਹੜਾ ਉੱਥੋਂ ਦਾ ਸੀ ਕਸਾਬ ਦੇ ਕੇਸ ਦੇ ਵਿੱਚ ਵੀ ਜਿਹੜੀ ਆ, ਜਾਂ ਜਿਹੜੇ ਉਹ ਯਾਕੂਬ ਮੈਨਨ ਉਹਨਾਂ ਦੇ ਕੇਸ ਦੇ ਵਿੱਚ ਵੀ ਇਹੀ ਜਿਹੜੀਆਂ ਟਰਮ ਵਰਤੀਆਂ ਗਈਆਂ। ਤੇ ਮੈਂ ਜੇ ਗਲਤ ਨਾ ਹੋਵਾਂ ਤੇ ਇਹ ਟਰਮ ਕੇ ਸਿੰਘ ਤੇ ਸਤਵੰਤ ਸਿੰਘ ਦੇ ਕੇਸ ਦੀ ਸਜ਼ਾ ਵੇਲੇ ਵੀ ਤੇ ਭਾਈ ਸੁੱਖੇ ਜਿੰਦੇ ਦੇ ਟੈਬ ਜਿਹਨੇ ਵੀ ਇਸ ਤਰ੍ਹਾਂ ਦੇ ਫਾਂਸੀ ਦੇ ਫੈਸਲੇ ਹੈਗੇ ਆ ਉਹਨਾਂ ਦੇ ਵਿੱਚ ਇਹ ਟਰਮ ਜਿਹੜੀ ਆ ਉਹ ਨਾਰਮਲ ਵਰਤੀ ਜਾਂਦੀ ਹੈ। ਜਿਵੇਂ ਦਾ ਹਿੰਦੁਸਤਾਨ ਦੇ ਵਿੱਚ ਪੋਲੀਟੀਕਲ ਸਿਸਟਮ ਆ ਤੇ ਜਿਹੋ ਜਿਹਾ ਮੈਜੋਰਿਟੀ ਦਾ ਵਤੀਰਾ ਉਸ ਹਿਸਾਬ ਨਾਲ ਤਾਂ ਸਾਰੀ ਮਿਨੋਰਟੀ ਨੂੰ ਵੀ ਫਾਹੇ ਲਾ ਕੇ ਜਿਹੜੀ ਆ ਕਮਿਊਨਿਟੀ ਦੀ ਕੌਨਸ਼ੀਅਸ ਸੈਟੀਸਫਾਈ ਨਹੀਂ ਹੋ ਸਕਦੀ। ਮਤਲਬ ਜੇ ਕਮਿਊਨਿਟੀ ਦੀ ਕੌਨਸ਼ੀਅਸ ਦੇ ਆਧਾਰ ਤੇ ਫੈਸਲੇ ਲਏ ਜਾਣਗੇ ਤਾਂ ਉਹਦੇ ਨਤੀਜੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੇ ਰੂਪ ਦੇ ਵਿੱਚ ਹੀ ਸਾਹਮਣੇ ਆਉਣਗੇ। ਉਸ ਤੋਂ ਅੱਗੇ ਵਕੀਲ ਸਾਹਿਬ ਜਿਹੜਾ ਨਰਿੰਦਰ ਮੋਦੀ ਸਰਕਾਰ ਵੱਲੋਂ 550 ਸਾਲਾ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਸੀ, ਉਦੋਂ ਇੱਕ ਨੋਟੀਫਿਕੇਸ਼ਨ ਦੇ ਤਹਿਤ ਜਿਹੜੀ 9 ਬੰਦੀ ਸਿੰਘਾਂ ਦੀ ਰਿਹਾਈ ਬਾਰੇ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਸੀ, ਉਹਦੇ ਵਿੱਚ ਪ੍ਰੋਫੈਸਰ ਸਾਹਿਬ ਦਾ ਵੀ ਨਾਮ ਸੀ। ਉਹਦੇ ਬਾਰੇ ਥੋੜਾ ਜਿਹਾ ਦਰਸ਼ਕਾਂ ਨੂੰ ਚਾਨਣਾ ਪਾਓ। ਦੇਖੋ, ਉਹ ਅਕਤੂਬਰ 2019 ਨੂੰ 550 ਸਾਲਾ ਗੁਰੂ ਨਾਨਕ ਦੇਵ 9 ਦੀ ਰਿਹਾਈ ਦਾ ਨਹੀਂ ਸੀ ਕੀਤਾ, 8 ਦੀ ਰਿਹਾਈ ਦਾ ਉਮਰ ਕੈਦੀਆਂ ਦੀ, ਤੇ ਇੱਕ ਫਾਂਸੀ ਵਾਲੇ ਜਿਹੜਾ ਕਿ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਨੂੰ ਉਮਰ ਕੈਦ ਦੇ ਵਿੱਚ ਬਦਲ ਦਿੰਦਾ ਸੀ। 8 ਦੀ ਰਿਹਾਈ ਦਾ, ਇੱਕ ਦੀ ਫਾਂਸੀ ਨੂੰ ਉਮਰ ਕੈਦ ਦੇ ਵਿੱਚ ਬਦਲਦਾ, 9 ਇਸ ਤਰ੍ਹਾਂ ਸੀ। ਪਰ ਉਹਦੇ ਵਿੱਚ ਭੁੱਲਰ ਸਾਹਿਬ ਦਾ ਨਾਂ ਸੀਗਾ। ਉਹਦੇ ਵਿੱਚ ਅਜੇ ਤੱਕ ਉਸ ਨੋਟੀਫਿਕੇਸ਼ਨ ਦੇ ਮੁਤਾਬਕ ਭਾਈ ਬਲਵੰਤ ਸਿੰਘ ਰਾਜੋਆਣੇ ਦੀ ਫਾਂਸੀ ਵੀ ਅਜੇ ਤੱਕ ਜਿਹੜੀ ਤੋੜ ਕੇ ਤੇ ਉਮਰ ਕੈਦ ਦੇ ਵਿੱਚ ਨਹੀਂ ਬਦਲੀ ਗਈ, ਭਾਵੇਂ ਕਿ ਇਸ ਸੰਬੰਧ 'ਚ 2-2.5 ਸਾਲ, 2.25 ਸਾਲ 2.5 ਸਾਲ ਦਾ ਜਿਹੜਾ ਸਮਾਂ ਹੋਣ ਦੇ ਕਰੀਬ ਹੋ ਰਿਹਾ। ਸੋਚ ਭੁੱਲਰ ਸਾਹਿਬ ਦਾ ਵੀ ਨਾਂ ਸੀਗਾ। ਉਸ ਤੋਂ ਇਲਾਵਾ 7 ਬੰਦੇ ਹੋਰ ਸੀਗੇ ਜਿਨ੍ਹਾਂ ਦੇ ਵਿੱਚੋਂ 3 ਬੰਦੇ ਛੁੱਟ ਚੁੱਕੇ ਆ, ਭਾਈ ਲਾਲ ਸਿੰਘ ਕਾਲਗੜ੍ਹ, ਭਾਈ ਨੰਦ ਸਿੰਘ ਤੇ ਭਾਈ ਸਵੇਗ ਸਿੰਘ। ਤੇ 3 ਬੰਦੇ ਉਹ ਨਾਂ ਸੀਗੇ ਜਿਨ੍ਹਾਂ ਦੀ ਲੋੜ ਹੀ ਨਹੀਂ ਸੀ, ਜਿਹੜੇ ਆਲਰੇਡੀ ਉਹਨਾਂ 'ਚੋਂ 2 ਬੰਦੇ ਤਾਂ ਆਲਰੇਡੀ ਬਾਹਰ ਹੀ ਸੀ, ਕੇਸ ਬਰੀ ਹੋ ਚੁੱਕਿਆ ਸੀ ਜਾਂ ਜ਼ਮਾਨਤ ਦੇ ਉੱਤੇ ਸੀ ਇੱਕ ਬੰਦਾ, ਤੇ ਇੱਕ ਬੰਦਾ ਕਿਸੇ ਹੋਰ ਕੇਸ ਦੇ ਵਿੱਚ ਪਟਿਆਲਾ ਜੇਲ੍ਹ ਦੇ ਵਿੱਚ ਬੰਦ ਸੀ। ਸੋ ਉਹ ਬਿਲਕੁਲ ਹੀ ਇਗਨੋਰੈਂਟ ਜਿਹਾ ਹੀ ਤੁਹਾਨੂੰ ਨੋਟੀਫਿਕੇਸ਼ਨ ਜੇ ਉਹਦੀ ਦੇਖਿਆ ਜਾਵੇ ਵੀ ਉਹ 'ਚ 3 ਬੰਦੇ ਤਾਂ ਲੋੜ ਹੀ ਨਹੀਂ ਸੀ ਰਿਹਾਈ ਦੀ, ਉਹ ਆਲਰੇਡੀ ਰਿਹਾਈ ਸੀਗੇ। ਉਹਦੇ ਮੁਤਾਬਕ 3 ਬੰਦੇ ਰਿਹਾ ਹੋਏ ਆ। ਇੱਕ ਗੁਜਰਾਤ ਦਾ ਭਾਈ ਲਾਲ ਸਿੰਘ, ਉਹ ਸੀਗੇ ਪੰਜਾਬ ਦੀ ਜੇਲ੍ਹ 'ਚ ਬੰਦ, ਸਿਕਿਉਰਿਟੀ ਜੇਲ੍ਹ ਨਾਭੇ। ਨੰਦ ਸਿੰਘ ਤੇ ਸਵੇਗ ਸਿੰਘ ਇਹ ਪਟਿਆਲੇ ਤੇ ਲੁਧਿਆਣੇ ਜੇਲ੍ਹ ਸੀ, ਯੂਟੀ ਦੇ ਕੈਦੀ ਸੀਗੇ ਉਹਨਾਂ ਕੇਸਾਂ ਨਾਲ ਸੰਬੰਧਿਤ। ਸੋ ਉਹ ਨੋਟੀਫਿਕੇਸ਼ਨ ਦੇ ਮੁਤਾਬਕ ਜਿਹੜੀ ਹੈ ਇੰਪਲੀਮੈਂਟੇਸ਼ਨ ਹੋਣੀ ਚਾਹੀਦੀ ਹੈ। ਪਰ ਜੇ ਸਪੈਸੀਫਿਕ ਭੁੱਲਰ ਸਾਹਿਬ ਦੀ ਗੱਲ ਕਰੀਏ ਤੇ ਭੁੱਲਰ ਸਾਹਿਬ ਦੇ ਸੰਬੰਧ 'ਚ ਅਕਤੂਬਰ 2019 ਨੂੰ ਨੋਟੀਫਿਕੇਸ਼ਨ ਜਾਰੀ ਹੋਇਆ ਤੇ ਉਹ ਤੋਂ ਬਾਅਦ ਮੈਨੂੰ ਲੱਗਦਾ ਵੀ ਨਵੰਬਰ ਦੇ ਵਿੱਚ ਹੀ ਮਨਿੰਦਰਜੀਤ ਬਿੱਟੇ ਨੇ ਉਹ ਰਿਟ ਫਾਈਲ ਕਰਤੀ ਤੇ ਸੁਪਰੀਮ ਕੋਰਟ ਨੇ ਐਕਸ ਪਾਰਟੀ ਸੁਣਵਾਈ ਕਰਕੇ ਤੇ 17 ਦਸੰਬਰ 2019 ਨੂੰ ਭੁੱਲਰ ਸਾਹਿਬ ਉਸ ਨੋਟੀਫਿਕੇਸ਼ਨ ਦੇ ਵਿੱਚ ਕੁਆਰ ਦਵਿੰਦਰਪਾਲ ਸਿੰਘ ਭੁੱਲਰ ਉਹ ਸਟੇਟਸ ਕੋ ਕਰਤਾ ਸੀਗਾ। ਤੇ ਸੋ ਉਸ ਤੋਂ ਬਾਅਦ ਕੋਵਿਡ ਆ ਗਿਆ ਤੇ ਬਾਅਦ ਦੇ ਵਿੱਚ ਮੈਂਸ਼ਨਿੰਗ ਕਰਾ ਕੇ ਉਹ ਜਿਹੜੀ ਰਿਟ ਪਟੀਸ਼ਨ ਸੁਣਵਾਈ ਤੇ ਲਾਈ ਗਈ ਤੇ 9 ਦਸੰਬਰ 2021 ਨੂੰ ਉਹ ਜਿਹੜੀ ਰਿਟ ਆ ਅਸੀਂ ਤਾਂ ਲਾਈ ਸੀਗੀ ਵੀ ਜੇ ਤੁਸੀਂ ਇਹਦੀ ਸੁਣਵਾਈ ਲੇਟ ਕਰਨੀ ਹੈ ਸਾਨੂੰ ਪਰੋਲ ਦਿਓ ਟਿਲ ਫਰਦਰ ਆਰਡਰ। ਤੇ ਪਰ ਸੁਪਰੀਮ ਕੋਰਟ ਨੇ ਉਹ ਜਸਟਿਸ ਜੂਜੂ ਲਲਿਤ ਦਾ ਬੈਂਚ ਸੀ, ਉਹਨਾਂ ਨੇ ਕਿਹਾ ਵੀ ਨੇ ਅਸੀਂ ਮੇਨ ਪਟੀਸ਼ਨ ਹੀ ਸੁਣਵਾਈ ਤੇ ਲਾ ਦੇਣੀ ਹੈ। ਤੇ ਅਸੀਂ ਕਿਹਾ ਸਾਨੂੰ ਕੋਈ ਇਤਰਾਜ਼ ਨਹੀਂ। ਤੇ ਉਹ ਐਡਵੋਕੇਟ ਸੰਗਰਾਮ ਸਿੰਘ ਨੇ ਬਹੁਤ ਵਧੀਆ ਤਰੀਕੇ ਦੇ ਨਾਲ ਉਹ ਕੀਤੀ ਤੇ 9 ਦਸੰਬਰ 2021 ਨੂੰ ਮਨਿੰਦਰਜੀਤ ਬਿੱਟੇ ਦੀ ਜਿਹੜੀ ਉਹ ਪਟੀਸ਼ਨ ਸੀ ਉਹ ਡਿਸਮਿਸ ਕਰਤੀ। ਸੋ ਇਸੇ ਕਰਕੇ ਅਸੀਂ ਫਿਰ 9 ਦਸੰਬਰ ਤੋਂ ਬਾਅਦ ਭੁੱਲਰ ਸਾਹਿਬ ਦੀ ਸਪੈਸੀਫਿਕ ਰਿਹਾਈ ਲਈ ਤੇ ਸਮੁੱਚੇ ਰੂਪ 'ਚ ਸਾਰੇ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ
ਜਿਹੜੀ ਆ ਉਹ ਅਰਦਾਸ ਸਮਾਗਮ ਦਾ ਸੱਦਾ ਦਿੱਤਾ। ਬਾਅਦ ਦੇ ਵਿੱਚ ਸਾਰੀਆਂ ਸਿੱਖ ਸੰਗਤਾਂ ਨੇ ਮਾਰਚ ਕੱਢਿਆ ਚੰਡੀਗੜ੍ਹ ਤੱਕ। ਤੇ ਹੁਣ ਤਾਂ ਵਰਲਡ ਵਾਈਡ ਜਿਹੜੀ ਆ ਇਹ ਮੁਹਿੰਮ ਜਿਹੜੀ ਬਣ ਗਈ ਆ ਸੋਸ਼ਲ ਮੀਡੀਆ ਤੇ ਖਾਸ ਤੌਰ ਤੇ, ਕਿਉਂਕਿ ਇਲੈਕਸ਼ਨ ਕਮਿਸ਼ਨ ਐਕਸ਼ਨ ਪਾਰਟੀਆਂ ਸਾਰੀਆਂ ਸੋਸ਼ਲ ਮੀਡੀਆ ਦੇ ਰਾਹੀਂ ਆਪਣਾ ਪ੍ਰਚਾਰ ਕਰ ਰਹੀਆਂ ਤੇ ਸਿੱਖ ਸੰਗਤਾਂ ਵੀ ਆਪਣਾ ਜਿਹੜਾ ਰੋਸ ਆ ਉਹ ਸੋਸ਼ਲ ਮੀਡੀਆ ਤੇ ਵੈਸੇ ਵੀ ਜਨਰਲ ਦਰਜ ਕਰਾ ਰਹੀਆਂ ਹੈਗੀਆਂ। ਵਕੀਲ ਸਾਹਿਬ, ਜਿਹੜਾ ਕਿਹਾ ਜਾਂਦਾ ਕਿ ਜਦੋਂ ਕਿਸੇ ਕੈਦੀ ਦੀ ਰਿਹਾਈ ਹੋਣੀ ਹੁੰਦੀ ਆ, ਇੱਕ ਤਾਂ ਜਿਹੜੀ ਜੇਲ੍ਹ ਆ, ਜਿਹੜੀ ਸਟੇਟ ਦੀ ਜੁਰਿਸਡਿਕਸ਼ਨ 'ਚ ਜੇਲ੍ਹ ਹੁੰਦੀ ਆ, ਉੱਥੋਂ ਦੇ ਮੁੱਖ ਮੰਤਰੀ ਦੀ ਸਹਿਮਤੀ, ਦੂਸਰਾ ਹੋਮ ਟਾਊਨ ਜਿਹੜੀ ਸਟੇਟ ਦਾ ਨਿਵਾਸੀ ਆ। ਤਾਂ ਇੱਥੇ ਇੱਕ ਗੱਲ ਸਾਹਮਣੇ ਆ ਰਹੀ ਆ ਕਿ ਦਿੱਲੀ ਦੀ ਜਿਹੜੀ ਕੇਜਰੀਵਾਲ ਸਰਕਾਰ ਆ ਉਹਦੇ ਵੱਲੋਂ ਭਾਈ ਪ੍ਰੋਫੈਸਰ ਭੁੱਲਰ ਸਾਹਿਬ ਦੀ ਰਿਹਾਈ ਦੇ ਵਿੱਚ ਅੜਿੱਕਾ ਡਾਇਆ ਜਾ ਰਿਹਾ ਤੇ ਪਿਛਲੇ ਦਿਨੀ ਪੂਰੀ ਮੁਹਿੰਮ ਵੀ ਜ਼ੋਰਾਂ ਸ਼ੋਰਾਂ ਵਿੱਢੀ ਗਈ ਕਿ ਉਹਦੇ ਉੱਪਰ ਦਬਾਅ ਪਾਇਆ ਜਾਵੇ। ਉਹ ਬਾਰ-ਬਾਰ ਪੰਜਾਬ ਵਿਜ਼ਿਟ ਕਰ ਰਿਹਾ, ਇੱਥੇ ਤਿਰੰਗਾ ਯਾਤਰਾ ਕਰ ਰਿਹਾ ਤੇ ਉਹਦੇ ਤੇ ਦਬਾਅ ਪਾ ਕੇ ਕਿਸੇ ਨਾ ਕਿਸੇ ਤਰੀਕੇ ਉਹਦੇ ਕੋਲ ਉਸ ਫਾਈਲ ਦੇ ਉੱਤੇ ਦਸਤਖਤ ਕਰਾਏ ਜਾਣ। ਪਰ ਬੀਤੇ ਦਿਨੀ ਇੱਕ ਬੜਾ ਹੈਰਾਨੀਜਨਕ ਖੁਲਾਸਾ ਹੁੰਦਾ ਜਿਹਦੇ ਵਿੱਚ ਇਹ ਪਤਾ ਲੱਗਦਾ ਕਿ 2020 ਦੇ ਦਸੰਬਰ ਦੇ ਵਿੱਚ ਉਹਨੇ ਉਹ ਫਾਈਲ ਜਿਹੜੀ ਆ ਅਰਵਿੰਦ ਕੇਜਰੀਵਾਲ ਨੇ ਰਿਜੈਕਟ ਕਰ ਦਿੱਤੀ ਆ। ਇਹਦੇ ਬਾਰੇ ਥੋੜਾ ਜਿਹਾ ਸੰਗਤ ਨੂੰ ਜ਼ਰੂਰ ਜਾਣਕਾਰੀ ਦਿਓ, ਕਿਉਂਕਿ ਜਿਹੜਾ ਆਮ ਆਦਮੀ ਪਾਰਟੀ ਦਾ ਸੋਸ਼ਲ ਮੀਡੀਆ ਆ ਵਿੰਗ ਆ, ਉਹਨੇ ਪੂਰਾ ਇੱਕ ਮੁਹਿੰਮ ਵਿੱਢੀ ਹੋਈ ਆ ਕਿ ਅਰਵਿੰਦ ਕੇਜਰੀਵਾਲ ਜਾਂ ਦਿੱਲੀ ਸਰਕਾਰ ਦੇ ਹੱਥ 'ਚ ਅਜਿਹਾ ਕੁਝ ਨਹੀਂ ਕਿ ਉਹ ਜਿਹੜੀ ਉਹਨਾਂ ਦੀ ਜਿਹੜੀ ਆ ਰਿਹਾਈ ਦੇ ਉੱਤੇ ਸਾਈਨ ਕਰ ਸਕਦੇ। ਨਹੀਂ, ਦੇਖੋ, ਸਭ ਤੋਂ ਪਹਿਲੀ ਤਾਂ ਉਹਨਾਂ ਦਾ ਜਵਾਬ ਇਹੀ ਬਣਦਾ ਵੀ ਜੇ ਕੇਜਰੀਵਾਲ ਦੇ ਹੱਥ ਹੈ ਨਹੀਂ ਤੇ ਉਹ ਇੰਨੀਆਂ ਗਾਲਾਂ ਕਿਉਂ ਖਾਣ ਡਏ ਆ। ਫਿਰ ਉਹ ਕੇਜਰੀਵਾਲ ਜਾਂ ਉਹਨਾਂ ਦਾ ਕੋਈ ਅਥਰਾਈਜ਼ਡ ਪਰਸਨ ਇੱਕ ਬਿਆਨ ਦੇ ਦੇਵੇ ਵੀ ਦਵਿੰਦਰਪਾਲ ਸਿੰਘ ਜੀ ਭੁੱਲਰ ਦੀ ਰਿਹਾਈ ਦਾ ਦਿੱਲੀ ਸਰਕਾਰ ਦਾ ਕੋਈ ਲੈਣਾ ਦੇਣਾ ਨਹੀਂ ਤੇ ਅਸੀਂ ਸੈਟੀਸਫਾਈਡ ਹੋ ਜਾਾਂਗੇ। ਉਹ ਬਿਆਨ ਕਿਉਂ ਨਹੀਂ ਦੇ ਰਹੇ? ਉਹਨਾਂ ਦੇ ਸਿਰਫ IT ਸੈੱਲ ਦੀਆਂ ਫੇਕ ਆਈਡੀਆਂ ਜਿਹੜੀਆਂ ਉਹੀ ਜਿਹੜੀਆਂ ਰਿਊਮਰਸ ਫਰਾ ਲਈਆਂ ਹੈਗੀਆਂ। ਸੋ ਦੂਜੇ ਪਾਸੇ ਦੇਖੀਏ ਤੇ ਜਦੋਂ ਸੁਪਰੀਮ ਕੋਰਟ ਨੇ 17 ਦਸੰਬਰ 2019 ਨੂੰ ਸਟੇ ਲਾਤਾ, ਜਿਹੜਾ 9 ਦਸੰਬਰ 2021 ਨੂੰ ਟੁੱਟਿਆ, ਇਨ ਬਿਟਵੀਨ ਕੋਈ ਵੀ ਪ੍ਰੋਸੀਡਿੰਗ ਨਹੀਂ ਸੀ ਚੱਲ ਸਕਦੀ। ਤੇ ਜਿਹੜੇ ਬੰਦੀ ਸਿੰਘ ਰਿਹਾਈ ਮੋਰਚੇ ਦੇ ਸਿੰਘ ਉੱਥੇ ਦਿੱਲੀ ਵਾਲੇ ਹੈਗੇ, ਉਹਨਾਂ ਨੇ ਕੱਲ ਉਹਨਾਂ ਨੇ ਪਰਸੋਂ ਉਹਨਾਂ ਨੇ ਇੱਕ ਦਿਨ ਕੱਢਿਆ ਸੀ ਵੀ 11 ਦਸੰਬਰ 2020 ਨੂੰ ਇਹਨਾਂ ਨੇ ਭੁੱਲਰ ਸਾਹਿਬ ਦੀ ਰਿਹਾਈ ਦਾ ਜਿਹੜਾ ਪ੍ਰਪੋਜ਼ਲ ਆ ਉਹ ਰਿਜੈਕਟ ਕੀਤੀ ਆ। ਤੇ ਅੱਜ ਉਹਨਾਂ ਨੇ 2 ਤਰੀਕਾਂ ਹੋਰ ਕਰ ਲਈਆਂ ਵੀ ਫਰਵਰੀ 2020 ਤੇ ਅਗਸਤ 2020 ਤੇ 11 ਦਸੰਬਰ 2020 3 ਵਾਰੀ ਭੁੱਲਰ ਸਾਹਿਬ ਦੀ ਜਿਹੜੀ ਰਿਹਾਈ ਆ ਉਹਦਾ ਜਿਹੜਾ ਉਹਨਾਂ ਨੇ ਜਿਹੜਾ ਸੈਂਟੈਂਸ ਰਿਵਿਊ ਬੋਰਡ ਹੁੰਦਾ ਉਹਦੀ ਮੀਟਿੰਗ ਦੇ ਤਹਿਤ, ਜਿਹਦਾ ਕਿ ਚੇਅਰਮੈਨ ਆਮ ਤੌਰ ਤੇ CM ਹੁੰਦਾ, ਜਿਵੇਂ ਪਹਿਲੇ ਆ ਕੁੱਕੀ ਭਾਈ ਦੀ ਰਿਹਾਈ ਦੇ ਟਾਈਮ ਰਣਜੀਤ ਸਿੰਘ ਗਿੱਲ ਕੁੱਕੀ ਦੀ ਤੇ ਭਾਈ ਗੁਰਦੀਪ ਸਿੰਘ ਖੇੜਾ ਦੀ ਪਹਿਲੇ ਕੇਸ ਦੀ ਰਿਹਾਈ ਦੇ ਦੌਰਾਨ ਸ਼ੀਲਾ ਦੀਕਸ਼ਿਤ ਨੇ ਰਿਹਾਈ ਕੀਤੀ ਸੀ। ਉਹਦੇ ਆਰਡਰ ਮੇਰੇ ਕੋਲ ਪਏ ਆ ਜਿਹਦੇ ਤੇ ਸ਼ੀਲਾ ਦੀਕਸ਼ਿਤ ਦੇ ਸਾਈਨ ਆਇਆ ਜੇ SRB ਸੈਂਟੈਂਸ ਰਿਵਿਊ ਬੋਰਡ ਦੇ ਚੇਅਰਮੈਨ ਦੇ ਵਜੋਂ। ਤੇ ਹੁਣ ਮੁੱਖ ਮੰਤਰੀ ਕੇਜਰੀਵਾਲ ਹੋਣਾ ਚਾਹੀਦਾ, ਪਰ ਇਹਨੇ ਆਪਣੀ ਪਾਵਰ ਡੈਲੀਗੇਟ ਕਰਕੇ ਸਤਿੰਦਰ ਜੈਨ ਨੂੰ, ਕਿਉਂਕਿ ਇਹਨੇ ਦਿੱਤੀ ਹੋਈ ਆ ਹੋਮ ਡਿਪਾਰਟਮੈਂਟ ਸਤਿੰਦਰ ਜੈਨ ਕੋਲ ਆ, ਇਸ ਕਰਕੇ ਉਹਦਾ ਚੇਅਰਮੈਨ ਆ। ਸੋ ਜਿਹੜੀਆਂ 3 ਭੁੱਲਰ ਸਾਹਿਬ ਦੀ ਰਿਹਾਈ ਰਿਜੈਕਟ ਕਰਨ ਦੀਆਂ ਗੱਲਾਂ ਹੈਗੀਆਂ, ਉਹ 'ਚ 3 ਦੇ ਵਿੱਚ SRB ਦਾ ਜਿਹੜਾ ਚੇਅਰਮੈਨ ਆ ਉਹ ਸਤਿੰਦਰ ਜੈਨ ਦੇ ਬਤੌਰ ਉਹਦੀ ਅਗਵਾਈ 'ਚ ਹੋਈ ਆ। ਸੋ ਜਿਹੜੇ ਕੇਜਰੀਵਾਲ ਦੇ ਭਗਤ ਇਹ ਕਹਿੰਦੇ ਆ ਵੀ ਕਰ ਹੀ ਨਹੀਂ ਸਕਦਾ, ਤੇ ਫਿਰ ਸਤਿੰਦਰ ਜੈਨ ਦੇ ਨਾਂ ਦੇ ਉੱਤੇ ਜੇ ਕੋਈ ਬੰਦਾ ਜਾਲੀ ਦਸਤਾਵੇਜ਼, ਜੇ ਉਹਨਾਂ ਦੇ ਕਹਿਣ ਮੁਤਾਬਕ ਵੀ ਇਹ ਨਹੀਂ ਹੈ ਹੀ ਨਹੀਂ ਇਹਨਾਂ ਕੋਲ, ਤਾਂ ਫਿਰ ਉਹਨਾਂ ਦੇ ਖਿਲਾਫ ਕਾਰਵਾਈ ਕਰੋ। ਉਹ ਡਾਕਟਰ ਪਰਮਿੰਦਰਪਾਲ ਸਿੰਘ ਉਹਨਾਂ ਨੇ, ਦਿੱਲੀ ਵਾਲਿਆਂ ਨੇ ਕਿਹਾ ਵੀ ਮੈਂ ਇਹ ਦਸਤਾਵੇਜ਼ ਕਰ ਰਿਹਾ ਜਾਰੀ, ਤੇ ਜੇ ਤੁਹਾਨੂੰ ਲੱਗਦਾ ਵੀ ਇਹਨਾਂ ਕੋਲ ਪਾਵਰ ਹੈ ਨਹੀਂ ਤੇ ਦਸਤਾਵੇਜ਼ ਦਾ ਮਤਲਬ ਜਾਲੀ ਹੈ ਤੇ ਤੁਸੀਂ ਮੇਰੇ ਖਿਲਾਫ ਕਾਰਵਾਈ ਕਰੋ। ਸੋ ਉਹ ਵੀ ਦਿੱਲੀ ਦੇ ਵਿੱਚ ਬੈਠੇ ਆ, ਸਰਕਾਰ ਵੀ ਦਿੱਲੀ 'ਚ ਆ, ਹੋਮ ਡਿਪਾਰਟਮੈਂਟ ਵੀ ਉਹਨਾਂ ਕੋਲ ਆ, ਤੇ ਉਹਨਾਂ ਦੇ ਖਿਲਾਫ ਕਾਰਵਾਈ ਦੀ ਉਹਨਾਂ ਦਾ ਚੈਲੰਜ ਕਬੂਲ ਕਰਨਾ ਚਾਹੀਦਾ। ਸੋ ਇਹ ਬਿਲਕੁਲ ਗਲਤ ਆ। ਇਹ ਜਿਹੜੇ ਅੰਧ ਭਗਤ ਹੈਗੇ ਆ ਉਹ ਭਾਵੇਂ ਕਿਸੇ ਨਾਲ ਵੀ ਸੰਬੰਧਿਤ ਹੋਣ, ਉਹ ਫੈਕਟ ਤੋਂ ਬਾਹਰ ਜਾ ਕੇ ਜਿਹੜੀ ਗੱਲ ਕਰਦੇ ਆ ਉਹਨਾਂ ਨੂੰ ਵੀ ਅਸੀਂ ਡਿਫੈਂਡ ਕਰਨਾ ਕੇਜਰੀਵਾਲ ਨੂੰ। ਸੋ ਜੇ ਕੇਜਰੀਵਾਲ ਨੂੰ ਲੱਗਦਾ ਵੀ ਇਹ ਸਾਰੀ ਦੁਨੀਆ ਜਿਹੜੀ ਸਿੱਖ ਸੰਗਤ ਗਲਤ ਕਰ ਰਹੀ ਆ, ਸੋ ਕੇਜਰੀਵਾਲ ਨੂੰ ਖੁਦ ਜਾਂ ਭਗਵੰਤ ਮਾਨ ਨੂੰ ਜਾਂ ਰਾਘਵ ਚੱਡੇ ਨੂੰ ਜਾਂ ਸਤਿੰਦਰ ਜੈਨ ਨੂੰ ਬਿਆਨ ਦੇ ਦੇਣਾ ਚਾਹੀਦਾ ਵੀ ਭੁੱਲਰ ਸਾਹਿਬ ਦੀ ਰਿਹਾਈ ਦਾ ਸਾਡਾ ਕੋਈ ਸਬੰਧ ਨਹੀਂ, ਤਾਂ ਅਸੀਂ ਫਿਰ ਸੈਟੀਸਫਾਈਡ ਹੋ ਜਾਾਂਗੇ, ਸਾਡੀ ਆਪੇ ਹੀ ਫੂਕ ਨਿਕਲ ਜੂਗੀ ਫਿਰ। ਪਰ ਐਸਾ ਨਹੀਂ ਹੋ ਰਿਹਾ, ਕਿਉਂਕਿ ਉਹਨਾਂ ਦੇ ਮਨ ਦੇ ਵਿੱਚ ਚੋਰ ਆ। ਉਹਨਾਂ ਦੇ ਜਦੋਂ ਸੁਪਰੀਮ ਕੋਰਟ ਦਾ ਸਟੇ ਲੱਗਿਆ ਹੋਇਆ ਸੀ, ਜਦੋਂ ਸਾਰਾ 2020 ਸਾਰਾ ਸਾਲ ਸਟੇ ਹੀ ਰਿਹਾ ਮੈਟਰ, 2021 ਵੀ ਜਾ ਕੇ 9 ਦਸੰਬਰ ਨੂੰ ਟੁੱਟਿਆ, ਤੇ ਉਹਨਾਂ ਨੇ ਸੁਪਰੀਮ ਕੋਰਟ ਦੇ ਸਟੇ ਨੂੰ ਅੱਖੋਂ ਪਰੋਖੇ ਕਰਕੇ, ਇਹ ਤਾਂ ਹੈ ਨਹੀਂ ਵੀ ਉਹਨਾਂ ਨੂੰ ਪਤਾ ਨਹੀਂ ਸੀ, ਉਹਨਾਂ ਵੱਲੋਂ ਦਿੱਲੀ ਸਰਕਾਰ ਵੱਲੋਂ ਉੱਥੇ BV ਬਾਲਾ ਰਾਮ ਐਡਵੋਕੇਟ, ਸੀਨੀਅਰ ਐਡਵੋਕੇਟ ਪੇਸ਼ ਹੁੰਦੇ ਰਹੇ ਆ। ਸੋ ਉਹਨਾਂ ਨੇ ਸੁਪਰੀਮ ਕੋਰਟ ਦੇ ਸਟੇ ਨੂੰ ਅੱਖੋਂ ਲੰਘ ਕੇ ਕੰਟੈਂਪਟ ਕਰਕੇ ਉਸ ਆਰਡਰ ਦੀ ਇਹ ਪਾਸ ਕਰਦੇ ਨੇ। ਜਿੰਨੇ ਵੀ ਆਰਡਰ ਭਾਵੇਂ 3 ਵਾਰ ਕੀਤੇ ਆ, ਭਾਵੇਂ 10 ਵਾਰ ਕੀਤੇ ਆ, ਭਾਵੇਂ ਹਰੇਕ ਮਹੀਨੇ ਰਿਜੈਕਟ ਕੀਤਾ, ਉਹ ਸਾਰੇ ਡਿਫੈਕਟਡ ਆਰਡਰ ਆ। ਤੇ ਜਿਹੜੀ ਫਰੈਸ਼ ਫਾਈਲ ਆ ਉਹ ਇਹਨਾਂ ਕੋਲ ਫਿਰ ਪਈ ਆ। ਇਹਨਾਂ ਦਾ ਇੱਕ ਯੂਥ ਵਿੰਗ ਦਾ ਤੇ ਪੰਜਾਬ ਦਾ ਮੋਢੀ ਕੇਵਲ ਸਿੰਘ ਜਾਗੋਵਾਲ,
ਹੈਗਾ। ਮੈਂ ਜਾਣਦਾ ਪਰਸਨਲੀ, ਉਹ ਭਾਈ ਗੁਰਪ੍ਰੀਤ ਸਿੰਘ ਜਾਗੋਵਾਲ, ਜਿਹਨੇ ਉਹ ਇੱਕ ਔਰਤ ਦਾ ਕਤਲ ਦੇ ਕੇਸ ਦੇ ਵਿੱਚ ਉਹਨੂੰ ਉਮਰ ਕੈਦ ਦੀ ਸਜ਼ਾ ਹੋਈ ਹੈ, ਇਸ ਲਿਸਟ ਵਿੱਚ ਵੀ ਉਹਦਾ ਨਾਂ ਹੈਗਾ। ਉਹ ਗੁਰਪ੍ਰੀਤ ਸਿੰਘ ਜਾਗੋਵਾਲ ਦਾ ਸਕਾ ਭਰਾ ਆ। ਸੋ ਉਹਨੇ ਆਪਣੀ ਉਹ ਪੋਸਟ ਦੇ ਉੱਤੇ ਪਾਇਆ ਹੋਇਆ ਨੇ ਸੋਸ਼ਲ ਮੀਡੀਆ ਦੇ ਉੱਤੇ, ਕੇਵਲ ਸਿੰਘ ਜਾਗੋਵਾਲ ਨੇ, ਵੀ ਜਿਹੜੀ ਰਿਹਾਈ ਦਾ ਸਟੇ ਸੀਗਾ 9 ਦਸੰਬਰ 2021 ਨੂੰ ਟੁੱਟਾ, ਤੇ ਉਸ ਤੋਂ ਬਾਅਦ ਜਿਹੜੀ ਫਰੈਸ਼ ਫਾਈਲ ਆ ਉਹ ਜਿਹੜੀ ਪਈ ਆ, ਤੇ ਜਦੋਂ ਸੈਂਟੈਂਸ ਰਿਵਿਊ ਬੋਰਡ ਦੀ ਮੀਟਿੰਗ ਹੋਊਗੀ ਤਾਂ ਉਦੋਂ ਜਿਹੜੀ ਵਿਚਾਰੀ ਜਾਊਗੀ। ਸੋ ਇੱਥੇ ਕੇਜਰੀਵਾਲ ਦੇ ਬੰਦੇ ਆਪਣੇ ਅਹੁਦੇਦਾਰਾਂ ਦੇ ਉੱਤੇ ਹੀ ਉਹਨਾਂ ਨੂੰ ਪੁੱਛ ਲੈਣ ਵੀ ਕੇਵਲ ਸਿੰਘ ਜਾਗੋਵਾਲ ਨੇ ਤਾਂ ਇਹ ਗੱਲ ਲਿਖੀ ਹੈ, ਜਿਹੜਾ ਉਹਨਾਂ ਦਾ ਯੂਥ ਵਿੰਗ ਦਾ ਅਮਰਗੜ੍ਹ ਹਲਕੇ ਦਾ ਇੰਚਾਰਜ ਵੀ ਹੈ ਸ਼ਾਇਦ, ਉਹਨੇ ਇਹ ਗੱਲ ਪਾਈ ਹੈ ਵੀ ਫਰੈਸ਼ ਫਾਈਲ ਪਈ ਹੋਈ ਆ। ਸੋ ਫਰੈਸ਼ ਫਾਈਲ ਪਈ ਹੈ, ਇਹਦੇ ਬਾਰੇ ਮੈਨੂੰ ਮਨਵਿੰਦਰ ਸਿੰਘ ਗਿਆਸਪੁਰਾ ਨੇ ਵੀ ਦੱਸਿਆ ਸੀ ਵੀ ਕੇਜਰੀਵਾਲ ਦੇ ਘਰੇ ਪਈ ਆ। ਪਹਿਲਾਂ ਉਹਨੇ ਕਿਹਾ ਵੀ ਛੇਤੀ ਕਰਨਗੇ, ਫਿਰ ਬਾਅਦ ਦੇ ਵਿੱਚ ਉਹਨੂੰ ਮੈਂ ਫੋਨ ਕੀਤਾ ਤੇ ਉਹ ਕਹਿਣ ਲੱਗਾ ਵੀ ਸ਼ਾਇਦ ਇਲੈਕਸ਼ਨ ਤੋਂ ਬਾਅਦ ਹੀ ਹੋਊਗਾ, ਹੁਣ ਕੰਮ ਆਪਣਾ ਹੋ ਜਾਊਗਾ। ਪਰ ਇਹ ਆ ਵੀ ਇਹ ਜਿਹੜੀਆਂ ਚਲਾਕੀਆਂ ਹੈਗੀਆਂ ਇਹ ਨਹੀਂ ਕਰਨੀਆਂ ਚਾਹੀਦੀਆਂ ਉਹਨਾਂ ਨੂੰ ਸਪਸ਼ਟ ਤੌਰ ਤੇ ਕਹਿ ਦੇਣਾ ਚਾਹੀਦਾ ਵੀ ਨਹੀਂ ਜੀ ਅਸੀਂ, ਪਰ ਉਹ ਕਹਿ ਨਹੀਂ ਸਕਦੇ ਕਿਉਂਕਿ ਉਹਨਾਂ ਨੂੰ ਪਤਾ ਹੈ ਵੀ ਜਾਬਤਾ ਪੰਜਾਬ ਦੇ ਵਿੱਚ ਆ, ਦਿੱਲੀ ਦੇ ਵਿੱਚ ਕੋਈ ਜਾਬਤਾ ਨਹੀਂ ਹੈਗਾ। ਯੂਪੀ 'ਚ ਜਾਬਤਾ ਹੋ ਸਕਦਾ, ਦਿੱਲੀ ਸਰਕਾਰ ਦੇ ਕੰਮ ਕਰਨ ਤੇ ਕੋਈ ਰੋਕ ਨਹੀਂ ਹੈਗੀ। ਸੋ ਸਾਰੀਆਂ ਚਲਾਕੀਆਂ ਛੱਡ ਕੇ ਚਤਰਾਈ ਸਿਆਣਪਾਂ ਜਿਹੜੀਆਂ ਇਹ ਕਿਸੇ ਕੰਮ ਨਹੀਂ ਆਉਣੀਆਂ। ਕੇਜਰੀਵਾਲ ਦੀ ਦਾ ਨੁਕਸਾਨ ਉਠਾਉਣਾ ਪਊਗਾ ਇਹਨੂੰ। ਸੋ ਉਹਨੂੰ ਤੁਰੰਤ SRB ਦੀ ਮੀਟਿੰਗ, ਜੇ ਪਿਛਲੇ ਸਾਲ 2020 ਚ 3 ਵਾਰੀ ਮੀਟਿੰਗ ਹੋਈ, ਫਰਵਰੀ 'ਚ, ਅਗਸਤ 'ਚ ਤੇ ਦਸੰਬਰ 'ਚ, ਤੇ ਹੁਣ ਸਪੈਸ਼ਲ ਮੀਟਿੰਗ ਸੱਦ ਕੇ ਤੇ ਤੁਰੰਤ ਭੁੱਲਰ ਸਾਹਿਬ ਦੀ ਰਿਹਾਈ ਦਾ ਜਿਹੜਾ ਪਰਵਾਨਾ ਆ ਉਹ ਭੇਜਣਾ ਚਾਹੀਦਾ। ਮਤਲਬ ਤੁਹਾਡੇ ਕਹਿਣ ਤੋਂ ਭਾਵ 3 ਵਾਰ ਉਹ ਰਿਜੈਕਟ ਕਰ ਚੁੱਕੇ ਨੇ ਤੇ ਫਰੈਸ਼ ਫਾਈਲ ਉਹਨਾਂ ਦੇ ਟੇਬਲ ਤੇ ਫਿਰ ਪਈ ਆ, ਤੇ ਜੇ ਉਹ ਇਹ ਫਾਈਲ ਦੇ ਸਾਈਨ ਕਰਦੇ, ਮੈਂ ਨਹੀਂ ਕਹਿ, ਮੇਰੇ ਸੋਰਸਿਸ ਵੀ ਇਹ ਕਹਿੰਦੇ ਆ। ਮੇਰੀ ਜੇਲ੍ਹ ਡਿਪਾਰਟਮੈਂਟ ਅੰਮ੍ਰਿਤਸਰ ਜੇਲ੍ਹ, ਉਹਨਾਂ ਨਾਲ ਵੀ ਸੰਪਰਕ ਹੋਇਆ। ਉਹਨਾਂ ਨੇ ਕਿਹਾ ਵੀ ਇੱਥੋਂ ਅੱਜ ਤੋਂ 10-12 ਦਿਨ ਪਹਿਲਾਂ ਜਿਹੜੀ ਆ ਸਾਰਾ ਰਿਕਾਰਡ ਭੁੱਲਰ ਸਾਹਿਬ ਦਾ ਮੈਡੀਕਲ, ਜੇਲ੍ਹ ਰਿਕਾਰਡ ਜੋ ਵੀ ਉਹਨਾਂ ਦਾ ਹੁੰਦਾ ਇੱਥੇ ਲੋਕਲ, ਉਹ ਸਾਰਾ ਰਿਕਾਰਡ ਜਿਹੜੀ ਹੈ ਦਿੱਲੀ ਨੇ ਮੰਗਾਇਆ ਹੈਗਾ, ਉੱਥੇ ਭੇਜਿਆ ਜਾ ਚੁੱਕਾ ਹੈਗਾ। ਸੋ ਉਹਨਾਂ ਦੇ ਆਪਣੇ ਅਹੁਦੇਦਾਰ ਵੀ ਕਹਿ ਰਹੇ ਵੀ ਫਾਈਲ ਪਈ ਹੈ, ਉਹਨਾਂ ਦੇ ਆਪਣੇ ਕੈਂਡੀਡੇਟ ਕਹਿ ਰਹੇ, ਉਹਨਾਂ ਦੇ ਆਪਣੇ MLA ਕਹਿ ਰਹੇ ਆ। ਸੋ ਬਾਕੀ ਜਿਹੜੇ IT ਵਾਲੇ ਆ ਉਹਨਾਂ ਨੇ ਤਾਂ ਕਾਪੀ ਪੇਸਟ ਹੀ ਕਰਨਾ ਨਾ, ਜੋ ਪਿੱਛੋਂ ਆ ਗਿਆ ਉਹਨਾਂ ਦਾ ਵਿਚਾਰਿਆਂ ਦਾ ਕਸੂਰ ਕੋਈ ਨਹੀਂ, ਉਹ ਤਨਖਾਹਦਾਰ ਮੁਲਾਜ਼ਮ ਆ। ਜੇ ਇਹਨਾਂ ਦੀ ਦੁਬਾਰਾ ਮੀਟਿੰਗ, ਜੇ ਸਪੈਸ਼ਲ ਮੀਟਿੰਗ ਬੁਲਾ ਕੇ ਉਹ ਫਾਈਲ ਦੇ ਉੱਤੇ ਦਸਤਖਤ ਕਰ ਦਿੰਦੇ ਨੇ, ਪ੍ਰਵਾਨਗੀ ਦਿੰਦੇ ਨੇ, ਤਾਂ ਉਸ ਤੋਂ ਬਾਅਦ ਕਿੰਨਾ ਕੁ ਲੰਮਾ ਪ੍ਰੋਸੀਜਰ ਆ ਪ੍ਰੋਫੈਸਰ ਸਾਹਿਬ ਦੀ ਰਿਹਾਈ ਦਾ? ਉਹਦੇ 'ਚ ਦੇਖੋ, ਜਦੋਂ SRB ਨੇ ਪਾਸ ਕਰ ਦੇਣੀ, ਉਹ ਆਲਰੇਡੀ ਸੈਂਟਰ ਗਵਰਨਮੈਂਟ ਦੀ ਕਨਕਰੈਂਸ ਪਈ ਹੋਈ ਆ। ਸਾਡੇ ਕੋਲ ਕਾਪੀ ਲੈ ਲੈਣ, ਜੇ ਉਹਨਾਂ ਕੋਲ ਆਫੀਸ਼ੀਅਲੀ ਨਹੀਂ ਪਹੁੰਚੀ ਸੈਂਟਰ ਗਵਰਨਮੈਂਟ ਨੂੰ ਪੁੱਛ ਲੈਣ, ਉਹ ਵੀ ਦਿੱਲੀ ਆ। ਸੋ ਥੱਲੇ ਵਾਲਾ ਰਿਕਾਰਡ ਸਾਰਾ ਚਲਾ ਗਿਆ। ਸੋ ਜਦੋਂ ਵੀ SRB ਦੇ ਵਿੱਚ ਹੁੰਦੀ ਆ, ਉਸ ਤੋਂ ਬਾਅਦ ਜਿਹੜੀ ਆ ਉਹ ਉਹਨਾਂ ਨੇ ਰੀਲੀਜ਼ ਆਰਡਰ ਬਣਾ ਕੇ, ਇਹ ਫਾਰਮੈਲਿਟੀ ਹੈਗਾ ਡੈਸਕ ਟੂ ਡੈਸਕ, ਤਾਂ ਜੇ ਪੂਰੀ ਕਰਨੀ ਤਾਂ 1 ਦਿਨ ਦਾ ਕੰਮ ਆ, ਨਹੀਂ ਪੂਰੀ ਕਰਨੀ ਤਾਂ ਉਹਨੂੰ 6-6 ਮਹੀਨੇ, ਸਾਲ ਵੀ ਲੱਗ ਜਾਂਦੇ। ਬਿਲਕੁਲ। ਵਕੀਲ ਸਾਹਿਬ, ਇੱਕ ਕੱਲ ਪਤਾ ਲੱਗਾ ਸੀ ਕਿ ਆਮ ਆਦਮੀ ਪਾਰਟੀ ਨੇ ਆਪਣੇ ਕੁਝ ਪੇਜਾਂ ਤੋਂ ਕਮੈਂਟ ਵੀ ਜਿਹੜੇ ਆ ਬਲੌਕ ਕੀਤੇ ਆ। ਜਿਹੜਾ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਵਾਸਤੇ ਸਿੱਖ ਸੰਗਤ ਵੱਲੋਂ ਲਗਾਤਾਰ ਸੋਸ਼ਲ ਮੀਡੀਆ ਤੇ ਮੁਹਿੰਮ ਵਿੱਢੀ ਗਈ ਹੈ। ਇਸ ਤੋਂ ਇਲਾਵਾ ਉਹਨਾਂ ਨੇ ਇੱਕ ਫੋਨ ਨੰਬਰ ਜਾਰੀ ਕੀਤਾ ਸੀ, ਇਹਦੇ ਉੱਪਰ ਤੁਸੀਂ ਆਪਣਾ CM ਕੈਂਡੀਡੇਟ ਦੱਸ ਸਕਦੇ ਹੋ। ਸੰਗਤ ਨੇ ਉੱਥੇ ਵੀ ਫੋਨ ਲਾ ਕੇ ਪ੍ਰੋਫੈਸਰ ਸਾਹਿਬ ਦੀ ਰਿਹਾਈ ਦੀ ਗੱਲ ਕੀਤੀ। ਇਹਦੇ ਬਾਰੇ, ਇਹਦੇ ਵਿੱਚ ਮਤਲਬ ਇਹਦੇ ਬਾਰੇ ਥੋੜੀ ਜਾਣਕਾਰੀ ਦਿਓ ਕਿ ਉਹਨਾਂ ਕਮੈਂਟ ਬੰਦ ਕੀਤੇ ਸਨ? ਹਾਂਜੀ, ਮੈਂ ਕਮੈਂਟ ਨਹੀਂ ਸੀ ਕਰ ਪਾ ਰਿਹਾ, ਨਾ ਕੇਜਰੀਵਾਲ ਦੇ ਪੇਜ ਦੇ ਉੱਤੇ, ਨਾ ਭਗਵੰਤ ਮਾਨ ਦੇ, ਨਾ ਇਹਨਾਂ ਦੇ ਕਿਸੇ ਕੈਂਡੀਡੇਟ ਤੇ। ਇਹਨਾਂ ਨੇ ਜਾਂ ਫੇਸਬੁੱਕ ਨੂੰ ਰਿਪੋਰਟ ਕੀਤਾ ਹੋਊਗਾ ਸਪੈਸੀਫਿਕ ਹੈਸ਼ਟੈਗ ਕੋਈ, ਜਾਂ ਮੇਰੇ ਤੇ ਕੀਤਾ ਹੋਊਗਾ, ਉਹ ਮੈਂ ਡਿਟੇਲ ਟੈਕਨੀਕਲੀ ਨਹੀਂ ਦੱਸ ਸਕਦਾ, ਮੈਨੂੰ ਪਤਾ ਨਹੀਂ। ਪਰ ਮੈਨੂੰ ਯਾਨੀ ਕਿ ਨੋਟਿਸ ਆ ਗਿਆ ਫੇਸਬੁੱਕ ਵੱਲੋਂ ਵੀ ਯੂ ਕਾਂਟ ਕਮੈਂਟ ਐਟ ਦਿਸ ਸਟੇਜ, ਰਿਸਟ੍ਰਿਕਟਡ ਫॉर ਦੀ ਕਮੈਂਟ ਫॉर ਸਮ ਟਾਈਮ ਆਫਟਰ ਸਮ ਟਾਈਮ। ਉਹ ਫਿਰ 5-6 ਘੰਟੇ ਬਾਅਦ ਮੈਂ ਦੇਖਿਆ ਸੀ ਤੇ ਉਹ ਫਿਰ ਉਹ ਨਹੀਂ ਸੀ, ਕੋਈ ਰਿਸਟ੍ਰਿਕਸ਼ਨ ਹੈ ਨਹੀਂ ਸੀ। ਫਿਰ ਉਹ ਲੱਗਦਾ ਵੀ ਕਈ ਵਾਰ ਹੁੰਦਾ ਵੀ ਕੋਈ ਰਿਪੋਰਟ ਕਰੇ ਕਿਸੇ ਨੂੰ ਤੇ ਉਹਦੇ ਉੱਤੇ ਕੋਈ ਨਾ ਕੋਈ ਫੇਸਬੁੱਕ, ਕਿਉਂਕਿ ਜਿਹੜੀਆਂ IDs ਫੇਸਬੁੱਕ ਵੱਲੋਂ ਵੈਰੀਫਾਈਡ ਕੀਤੀਆਂ ਹੁੰਦੀਆਂ, ਫਿਰ ਜੇ ਉਹ IDs ਦੇ ਸੰਬੰਧ 'ਚ ਕੋਈ ਰਿਪੋਰਟ ਕਰੇ ਤਾਂ ਮੈਨੂੰ ਲੱਗਦਾ ਉਹ ਛੇਤੀ, ਕਿਉਂਕਿ ਕੇਜਰੀਵਾਲ, ਭਗਵੰਤ ਮਾਨ, ਇਹਨਾਂ ਦੀਆਂ ਆਈਡੀਆਂ ਵੈਰੀਫਾਈਡ ਆ, ਉਹ ਨੀਲੀ ਜੀ ਟਿਕ ਆਉਂਦੀ ਆ। ਸੋ ਹੋ ਸਕਦਾ ਉਹਨਾਂ ਨੇ ਉਸ ID ਤੋਂ ਮੈਨੂੰ ਕੀਤਾ ਹੋਵੇ ਤੇ ਉਹ ਕੁਝ ਸਮੇਂ ਲਈ ਜਾਂ 1 ਦਿਨ ਲਈ ਜਾਂ ਚੰਦ ਘੰਟਿਆਂ ਲਈ ਉਹ ਇਫੈਕਟ ਪਿਆ, ਤੇ ਬਾਅਦ ਦੇ ਵਿੱਚ ਅਸੀਂ ਵੀ ਫਿਰ ਰਿਪੋਰਟ ਕੀਤਾ ਵੀ ਇਹ ਤੁਹਾਡਾ ਡਿਸੀਜਨ, ਅਸੀਂ ਐਗਰੀ ਨਹੀਂ ਹੈਗਾ, ਕੋਈ ਗਲਤ ਜਿਹੜੀ ਕਮਿਊਨਿਟੀ ਸਟੈਂਡਰਡ ਤੋਂ ਉਲਟ ਨਹੀਂ ਜਾ ਕੇ ਗੱਲ ਕਰ ਰਹੇ। ਸੋ ਹੋ ਸਕਦਾ ਬਾਅਦ ਦੇ ਵਿੱਚ ਉਹ ਜਿਹੜਾ ਉਹ ਖੁੱਲ ਗਿਆ। ਕਰਨਾ ਨਹੀਂ ਚਾਹੀਦਾ ਇਹਨਾਂ ਨੂੰ। ਹਾਂ ਬਿਲਕੁਲ ਜੀ, ਨਾਲੇ ਡੈਮੋਕ੍ਰੇਸੀ ਦੇ ਵਿੱਚ ਪੰਜਾਬ 'ਚ ਆ ਕੇ ਵੋਟਾਂ ਮੰਗ ਰਹੇ ਨੇ, ਤੇ ਦੂਸਰੇ ਪਾਸੇ ਜਿਹੜਾ ਕਮੈਂਟ ਬੰਦ ਕਰਨ ਵਾਲੀ ਜਿਹੜੀ ਇੱਕ ਕਹਿ ਸਕਦੇ ਹਾਂ ਕਿ ਅਨਡੈਮੋਕ੍ਰੈਟਿਕ ਸਟੈਪ ਲਿਆ। ਪ੍ਰੋਫੈਸਰ ਸਾਹਿਬ ਤੋਂ ਇਲਾਵਾ ਹੋਰ ਜਿਹੜੇ ਬੰਦੀ ਸਿੰਘ ਜਿਨ੍ਹਾਂ ਦਾ ਨੋਟੀਫਿਕੇਸ਼ਨ ਦੇ ਵਿੱਚ ਨਾਮ ਸੀ, ਤਿੰਨ ਤੁਸੀਂ ਦੱਸ ਚੁੱਕੇ ਹੋ ਰਿਹਾ ਨੇ, ਬਾਕੀਆਂ ਦਾ ਜਿਹੜਾ ਸਟੇਟਸ ਆ ਉਹ ਕੀ ਆ?
ਭਾਈ ਗੁਰਦੀਪ ਸਿੰਘ ਖੇੜਾ ਆ, ਉਹ ਸਭ ਤੋਂ, ਉਹਨਾਂ ਦਾ 6 ਦਸੰਬਰ 1990 ਤੋਂ ਬੰਦ ਆ, ਉਹਨਾਂ ਦਾ 31 ਸਾਲ ਤੋਂ ਵੱਧ ਟਾਈਮ ਹੋ ਗਿਆ। ਤੇ ਉਹਨਾਂ ਦੇ 2 ਕੇਸ ਸੀਗੇ, ਇੱਕ ਦਿੱਲੀ ਦਾ, ਇੱਕ ਕਰਨਾਟਕਾ ਦਾ ਬਿਦਲ ਦਾ। ਦਿੱਲੀ ਵਾਲੇ ਕੇਸ ਦੇ ਵਿੱਚ ਉਹਨਾਂ ਦੀ ਰਿਹਾਈ ਜਿਹੜੀ ਹੈ ਸ਼ੀਲਾ ਦੀਕਸ਼ਿਤ ਜਦੋਂ ਮੁੱਖ ਮੰਤਰੀ ਸੀ ਉਦੋਂ ਦੀ ਹੋ ਚੁੱਕੀ ਹੈਗੀ ਆ। ਕਰਨਾਟਕਾ ਵਾਲੇ ਕੇਸ ਦੇ ਵਿੱਚ ਉਹਨਾਂ ਦੀ ਰਿਹਾਈ ਦਾ ਨੋਟੀਫਿਕੇਸ਼ਨ ਜਿਹੜਾ ਉਹ 550 ਸਾਲਾ ਜਿਵੇਂ ਭੁੱਲਰ ਸਾਹਿਬ ਦਾ ਸੀ, ਉਹ ਕਰਨਾਟਕਾ ਗਵਰਨਮੈਂਟ ਨਾਲ। ਸੋ ਆਪਾਂ ਕੇਜਰੀਵਾਲ ਤੇ ਹੀ ਇਕੱਲਾ ਨਾ ਰੱਖੀਏ ਸੂਈ, ਸੈਂਟਰ ਗਵਰਨਮੈਂਟ ਆ, ਸੈਂਟਰ ਗਵਰਨਮੈਂਟ ਨੇ ਨੋਟੀਫਿਕੇਸ਼ਨ ਕੀਤਾ ਤੇ ਕੇਜਰੀਵਾਲ ਨਾਲ ਸੈਂਟਰ ਗਵਰਨਮੈਂਟ ਦੀ ਜਾਂ ਬੀਜੇਪੀ ਦੀ ਕੋਈ ਹੋ ਸਕਦੀ ਆ ਉਹਨਾਂ ਦੀ ਕੁੰਡੀ ਪੀ ਲੜਾਈ ਝਗੜਾ ਹੈਗਾ ਕੋਈ ਸਿਆਸੀ ਤੌਰ ਦੇ ਉੱਤੇ, ਪਰ ਕਰਨਾਟਕਾ ਦੇ ਵਿੱਚ ਬੀਜੇਪੀ ਸਰਕਾਰ ਹੀ ਆ। ਸੋ ਬੀਜੇਪੀ ਜੇ ਸੈਂਟਰ ਗਵਰਨਮੈਂਟ ਨੇ ਨੋਟੀਫਿਕੇਸ਼ਨ ਕੀਤਾ ਤੇ ਉੱਥੇ ਵੀ ਬੀਜੇਪੀ ਦੀ ਸਰਕਾਰ ਆ, ਉੱਥੋਂ ਕਲੀਅਰ ਕਰਕੇ ਤੇ ਗੁਰਦੀਪ ਸਿੰਘ ਖੇੜਾ ਦੀ ਰਿਹਾਈ ਜਿਹੜੀ ਉਹ ਕਰਾਉਣੀ ਚਾਹੀਦੀ ਹੈ। ਇੱਥੋਂ ਆਲਰੇਡੀ ਰਿਕਾਰਡ ਉਹਦਾ ਵੀ ਹੁਣ ਫਰੈਸ਼ ਤਾਂ ਕੋਈ ਨਹੀਂ ਗਿਆ, ਪਰ ਮੈਂ ਜਿਵੇਂ ਭੁੱਲਰ ਸਾਹਿਬ ਦੀ ਈਮੇਲ ਪਾਈ ਸੀ ਦਿੱਲੀ ਸਰਕਾਰ ਨੂੰ, ਉਹਨਾਂ ਨੇ ਤਾਂ ਜਵਾਬ ਦਿੱਤੇ। 1-2 ਈਮੇਲਾਂ ਉਹਨਾਂ ਦੇ ਹੋਮ ਆਫਿਸ ਦੇ ਵਿੱਚੋਂ ਆਈਆਂ ਕਿ ਯੂਅਰ ਜਿਹੜੀ ਐਪਲੀਕੇਸ਼ਨ ਅੰਡਰ ਕੰਸਲਟੇਸ਼ਨ ਐਂਡ ਅੰਡਰ ਪ੍ਰੋਸੈਸ ਆ, ਤੇ ਜਦੋਂ ਵੀ ਇਹਦਾ ਕੋਈ ਫਾਈਨਲ ਫੈਸਲਾ ਹੋਊਗਾ ਤੇ ਤੁਹਾਨੂੰ ਦੱਸਾਂਗੇ। ਨਾਲ ਦੀ ਨਾਲ ਇਹ ਗੱਲ ਆ ਵੀ ਜੇ ਦਿੱਲੀ ਸਰਕਾਰ ਕਰ ਨਹੀਂ ਸਕਦੀ ਤੇ ਫਿਰ ਮੇਰੀਆਂ ਈਮੇਲਾਂ ਦਾ ਜਵਾਬ ਕਿਉਂ ਦਿੰਦੀ ਫਿਰਦੀ ਆ? ਉਹ ਮੈਨੂੰ ਕਹਿ ਰਹੇ ਵੀ ਅਸੀਂ ਕੰਸਰਨਡ ਅਥਾਰਟੀ ਹੈ ਨਹੀਂ ਤੇ ਤੁਹਾਡੀ ਯਾਨੀ ਕਿ ਰਿਜੈਕਟ ਆ। ਸੋ ਖੇੜੇ ਦਾ ਕਰਨਾ ਚਾਹੀਦਾ, ਗੁਰਦੀਪ ਸਿੰਘ ਖੇੜੇ ਦਾ। ਸੋ ਉਹਦੇ ਮੁਤਾਬਕ ਬਲਵੰਤ ਸਿੰਘ ਰਾਜੋਆਣੇ ਦਾ ਸੀ ਨੋਟੀਫਿਕੇਸ਼ਨ ਮੁਤਾਬਕ, ਉਹਨਾਂ ਦੀ ਤਾਂ ਫਾਂਸੀ ਤੋੜ ਕੇ ਉਮਰ ਕੈਦ ਹੀ ਕਰਨੀ ਸੀ, ਉਹ ਵੀ ਅਜੇ ਤੱਕ ਨਹੀਂ ਹੋਈ। ਉਹਦੇ 'ਚ ਜਿਵੇਂ ਰਵਨੀਤ ਬਿੱਟੂ ਨੇ ਉਦੋਂ ਰੌਲਾ ਪਾਇਆ ਸੀ ਵੀ ਤੁਸੀਂ ਕਰ ਰਹੇ ਹੋ, ਤੇ ਅਮਿਤ ਸ਼ਾਹ ਨੇ ਪਾਰਲੀਮੈਂਟ 'ਚ ਕਹਿ ਦਿੱਤਾ ਸੀ ਵੀ ਨਹੀਂ ਅਸੀਂ ਕਿਸੇ ਫਾਂਸੀ ਵਾਲੇ ਨੂੰ ਛੱਡ ਨਹੀਂ ਰਹੇ। ਸੋ ਟੈਕਨੀਕਲੀ ਉਹ ਛੱਡ ਰਹੇ ਹੀ ਨਹੀਂ ਸੀ, ਉਹ ਤਾਂ ਫਾਂਸੀ ਨੂੰ ਉਮਰ ਕੈਦ 'ਚ ਤਬਦੀਲ ਕਰ ਰਹੇ ਸੀ। ਉਹਦੇ 'ਚ ਇਹੀ ਹੈ ਵੀ ਦੇਖੋ ਸਾਰੀਆਂ ਸਰਕਾਰਾਂ ਜ਼ਿੰਮੇਵਾਰ ਹੈਗੀਆਂ, ਭਾਵੇਂ ਕੇਂਦਰ ਸਰਕਾਰ ਨੂੰ ਚਾਹੀਦਾ ਤਾਂ ਇਹ ਸੀਗਾ ਵੀ ਆਰਟੀਕਲ 72 ਦੇ ਥੱਲੇ ਸਾਰਿਆਂ ਦੀ ਰਿਹਾਈ ਦਾ ਆਰਡਰ ਹੀ ਸੈਂਟਰ ਵੱਲੋਂ ਕਰਦੀ, ਕੋਈ ਇੰਨੀਆਂ ਵਿੱਚ ਸਰਕਾਰਾਂ ਨੂੰ ਪਾਉਂਦੀ ਨਾ। ਪਰ ਉਹਨਾਂ ਨੇ ਆਪਣੀ ਜ਼ਿੰਮੇਵਾਰੀ ਦੇ ਨਾਲ ਬਾਕੀ ਸਰਕਾਰਾਂ ਤੇ, ਪੰਜਾਬ ਸਰਕਾਰ ਤੇ, ਕਰਨਾਟਕਾ ਸਰਕਾਰ ਤੇ, ਯੂਟੀ ਐਡਮਿਨਿਸਟ੍ਰੇਸ਼ਨ ਤੇ ਦਿੱਲੀ ਸਰਕਾਰ ਤੇ ਪਾਤਾ। ਇਹਦੇ ਕਰਕੇ ਜਿਹੜਾ ਇੰਨਾ ਸਮਾਂ ਲੱਗ ਗਿਆ। ਤੇ ਵੈਸੇ ਹੈ ਕੇਂਦਰ ਸਰਕਾਰ ਆਰਟੀਕਲ 72 ਦੇ ਥੱਲੇ ਸਾਰੇ ਇੰਡੀਆ ਦੇ ਕਿਸੇ ਵੀ ਕੈਦੀ ਨੂੰ ਜਿਹੜੀ ਆ ਉਹ ਰਿਲੀਫ ਦੇ ਸਕਦੀ ਹੈਗੀ ਹੈ। ਸੋ ਉਹਨਾਂ ਨੂੰ ਉਹ ਕਰਨਾ ਚਾਹੀਦਾ ਸੀ। ਪਰ ਜ਼ਿੰਮੇਵਾਰ ਸਾਰੀਆਂ ਸਿਆਸੀ ਧਿਰਾਂ ਹੈਗੀਆਂ, ਭਾਵੇਂ ਉਹ ਅਕਾਲੀ ਦਲ ਆ, ਭਾਵੇਂ ਉਹ ਬੀਜੇਪੀ ਆ, ਭਾਵੇਂ ਜਿਹੜੀਆਂ ਵੀ ਵੋਟਾਂ ਲੜਦੀਆਂ, ਆਮ ਆਦਮੀ ਆ, ਬੀਜੇਪੀ ਆ, ਕਾਂਗਰਸ ਆ, ਉਹ ਸਾਰੀਆਂ ਕਿਸੇ ਨਾ ਕਿਸੇ ਰੂਪ ਦੇ ਵਿੱਚ ਬੰਦੀ ਸਿੰਘਾਂ ਦੀ ਰਿਹਾਈ ਨੂੰ ਰੋਕਣ ਦੇ ਰਾਹ ਦੇ ਵਿੱਚ ਰੋੜਾ ਰਹੀਆਂ। ਦੂਜੇ ਪਾਸੇ ਜਿਹੜੇ ਪੁਲਿਸ ਵਾਲੇ ਦੋਸ਼ੀ ਝੂਠੇ ਪੁਲਿਸ ਮੁਕਾਬਲਿਆਂ ਦੇ, ਉਹਨਾਂ ਨੂੰ ਸਾਰੇ ਰਿਲੀਫ ਦਿੰਦੇ ਰਹੇ ਤੇ ਉਹਨਾਂ ਵਾਸਤੇ ਕਦੀ ਕਿਸੇ ਨੇ ਧਰਨੇ ਮੁਜ਼ਾਹਰੇ ਨਹੀਂ ਕੀਤੇ। ਉਹਨਾਂ ਵਾਸਤੇ ਇੰਨਾ ਸਿਆਸੀ ਮੁੱਦਾ ਨਹੀਂ ਬਣਾਇਆ ਜਾਂਦਾ, ਉਹਨੂੰ ਉਭਾਰਿਆ ਨਹੀਂ ਜਾਂਦਾ, ਨਾ ਉਹਨਾਂ ਦੇ ਪਰਿਵਾਰਾਂ ਨੂੰ ਕੋਈ ਪ੍ਰੈਸ ਕਾਨਫਰੰਸ ਕਰਨੀ ਪੈਂਦੀ ਆ। ਉਹ ਚੁੱਪ ਕਰਕੇ ਸਟੇਟ ਹੀ ਉਹਨਾਂ ਨੂੰ ਚੁੱਪ ਕਰਕੇ ਛੱਡ ਦਿੰਦੀ ਆ। 4-4, 5-5 ਸਾਲ ਦੀ ਉਮਰ ਕੈਦ ਦੀ ਸਜ਼ਾ ਹੋਈ ਹੁੰਦੀ ਆ, ਪਰ 4-4, 5-5 ਸਾਲ ਤੋਂ ਬਾਅਦ ਹੀ ਉਹਨਾਂ ਨੂੰ ਛੱਡ ਦਿੱਤਾ ਜਾਂਦਾ। ਸੋ ਉਹ ਬੜੀ ਵੱਡੀ ਗੱਲ ਹੈਗੀ ਵੀ ਜੇ ਇਕੁਐਲਿਟੀ ਬਿਫੋਰ ਲਾ ਹੈਗੀ ਤੇ ਇੱਕ ਪਾਸੇ ਉਮਰ ਕੈਦ ਦੀ 4-5 ਸਾਲ ਬਾਅਦ ਛੁੱਟ ਜਾਣ, ਇੱਕ ਪਾਸੇ 25-30 ਸਾਲ ਬਾਅਦ ਨਾ ਛੁੱਟਣ। ਸੋ ਇਹ ਸਵਾਲੀਆ ਚਿੰਨ੍ਹ ਹੈਗਾ ਇੰਡੀਅਨ ਕਨਸਟੀਟਿਊਸ਼ਨ ਤੇ ਉਹਨੂੰ ਲਾਗੂ ਕਰਨ ਦੀਆਂ ਸਾਰੀਆਂ ਜ਼ਿੰਮੇਵਾਰ ਸਿਆਸੀ ਪਾਰਟੀਆਂ ਦੇ, ਸੱਤਾ ਦੇ ਗਲਿਆਰਿਆਂ ਦੇ ਵਿੱਚ ਬੈਠੇ ਹੋਏ ਲੋਕਾਂ ਦਾ। ਠੀਕ ਹੈ ਜੀ। ਜਿਵੇਂ ਵਕੀਲ ਸਾਹਿਬ ਨੇ ਦੱਸਿਆ ਕਿ ਸਟੇਟ ਗਵਰਨਮੈਂਟਸ, ਇਸ ਤੋਂ ਇਲਾਵਾ ਯੂਨੀਅਨ ਗਵਰਨਮੈਂਟ, ਉਹ ਸਾਰੀਆਂ ਜ਼ਿੰਮੇਵਾਰ ਨੇ। ਜੇ ਕੇਂਦਰ ਸਰਕਾਰ ਦੀ ਸੱਚੀ ਨੀਤ ਹੁੰਦੀ 550 ਸਾਲਾਂ ਦੇ ਬੰਦੀ ਸਿੰਘਾਂ ਨੂੰ ਰਿਹਾ ਕਰਨ ਦੀ, ਉਹ ਆਰਟੀਕਲ 72 ਦੇ ਤਹਿਤ ਸਿੱਧੀ ਵੀ ਰਿਹਾਈ ਕਰ ਸਕਦੀ ਸੀ। ਇਸ ਤੋਂ ਇਲਾਵਾ ਜਿਹੜੀ ਗੱਲ ਆਮ ਆਦਮੀ ਪਾਰਟੀ ਦੇ ਆਈਟੀ ਵਿੰਗ ਵੱਲੋਂ ਕਹੀ ਜਾ ਰਹੀ, ਉਹ ਬਿਲਕੁਲ ਕੰਟਰਾਡਿਕਟਰੀ ਹੈ, ਕਿਉਂਕਿ ਇਸ ਤੋਂ ਪਹਿਲਾਂ ਸ਼ੀਲਾ ਦੀਕਸ਼ਿਤ, ਭਾਈ ਰਣਜੀਤ ਸਿੰਘ ਕੁੱਕੀ ਜਿਹੜੇ ਲਲਿਤ ਮਾਕਣ ਕਤਲ ਕੇਸ ਦੇ ਵਿੱਚ ਅੰਦਰ ਸਨ, ਇਸ ਤੋਂ ਇਲਾਵਾ ਭਾਈ ਗੁਰਦੀਪ ਸਿੰਘ ਖੇੜਾ ਉਹਨਾਂ ਦੀ ਰਿਹਾਈ ਕਰ ਚੁੱਕੇ ਨੇ। ਇਹ ਸਾਰੇ ਕੇਸ ਦੀ ਜਾਣਕਾਰੀ ਜਿਹੜੀ ਦੇਣ ਵਾਸਤੇ, ਸੰਗਤ ਨਾਲ ਸਾਂਝੀ ਕਰਨ ਵਾਸਤੇ ਭਾਈ ਜਸਪਾਲ ਸਿੰਘ ਮੰਝਪੁਰ ਦਾ ਮੈਂ ਬਹੁਤ ਧੰਨਵਾਦ ਕਰਦਾ। ਸਾਡੇ ਚੈਨਲ ਦੇ ਉੱਤੇ ਆਉਣ ਲਈ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।